बाप बेटा ਦੇ ਰੂਪਾਂ ਨਾਲ ਤੇ ਆਮੇਨ। ਸਭ ਭੈਣ ਭਰਾਵਾਂ ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਫਿਰ ਅੱਜ ਦਾ ਦਿਨ ਅੱਜ ਦਾ ਸਮਾਂ ਦਿੱਤਾ ਹੈ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਉਸ ਦੀ ਮਿਹਨਤ ਤੇ ਵਡਿਆਈ ਕਰੀਏ, ਉਸ ਦਾ ਧੰਨਵਾਦ ਕਰੀਏ, ਪ੍ਰਭੂ ਦੇ ਪਿੱਤਰ ਚਰਨ ਜਾਣ ਕੇ ਦੁਆਵਾਂ ਕਰੀਏ, ਬੇਨਤੀਆਂ ਕਰੀਏ ਕਿ ਪ੍ਰਭੂ ਯਿਸੂ ਸਾਡੇ ਸਭ ਤੇ ਰਹਿਮ ਕਰ, ਦਇਆ ਕਰੇ, ਕਿਰਪਾ ਕਰੇ, ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਕਿ ਅਸੀਂ ਪ੍ਰਭੂ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਸੁਣ ਕੇ ਸਮਝ ਸਕੀਏ। ਮੇਰੇ ਭੈਣ ਭਰਾਵੋ, ਅੱਜ ਅਸੀਂ ਪਿੱਤਰ ਬਾਈਬਲ ਚੋਂ ਪੜ੍ਹਨਾ ਡਰਾਮਾ ਦਾਨੀਅਲ ਚੈਪਟਰ 1 ਤੋਂ 6 ਆਇਤਾਂ ਪੜ੍ਹਾਂਗੇ, ਫਿਰ 8 ਤੋਂ 20 ਆਇਤਾਂ। Daniel chapter 1 verses 1 till 6 and 8 till 20. Daniel and Nebuchadnezzar's court. ਨਬੂਕਦਨੈਸਰ ਦੇ ਦਰਬਾਰ ਵਿੱਚ ਨੌਜਵਾਨ। ਯਹੂਦਾ ਦੇ ਰਾਜਾ ਦੇ ਰਾਜਕਾਲ ਦੇ ਤੀਜੇ ਸਾਲ ਵਿੱਚ ਬਾਬਲ ਦੇ ਰਾਜਾ ਨਬੂਕਦਨੈਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰਕੇ ਉਸ ਨੂੰ ਘੇਰ ਲਿਆ। ਪ੍ਰਭੂ ਨੇ ਰਾਜਾ ਯਹੋਯਾਕੀਮ ਅਤੇ ਮੰਦਰ ਦੇ ਕੁਝ ਭਾਂਡਿਆਂ ਨੂੰ ਉਸ ਦੇ ਅਧਿਕਾਰ ਵਿੱਚ ਹੋਣ ਦਿੱਤਾ। ਉਹ ਕੁਝ ਬੰਦੀਆਂ ਅਤੇ ਉਹਨਾਂ ਭਾਂਡਿਆਂ ਨੂੰ ਬਾਬਲ ਵਿੱਚ ਲੈ ਗਿਆ। ਉਸਨੇ ਉਹ ਭਾਂਡੇ ਆਪਣੇ ਦੇਵਤਿਆਂ ਦੇ ਮੰਦਰ ਦੇ ਭੰਡਾਰ ਵਿੱਚ ਰੱਖ ਦਿੱਤੇ। ਤਦ ਰਾਜਾ ਨਬੂਕਦਨੈਸਰ ਨੇ ਆਪਣੇ ਪ੍ਰਧਾਨ ਖੁਸਰੇ ਅਸਪਸ ਨੂੰ ਆਗਿਆ ਦਿੱਤੀ ਕਿ ਉਹ ਇਸਰਾਏਲੀ ਸ਼ਾਹੀ ਟੱਬਰ ਅਤੇ ਬਾਕੀ ਦੇ ਉੱਚੇ ਟੱਬਰਾਂ ਦੇ ਕੁਝ ਨੌਜਵਾਨਾਂ ਨੂੰ ਚੁਣੇ। ਉਹ ਨੌਜਵਾਨ ਸੋਹਣੇ, ਸਮਝਦਾਰ, ਹਰ ਕੌਮ ਵਿੱਚੋਂ ਨਿਪੁੰਨ, ਸਿੱਖਣ ਵਿੱਚ ਚਤੁਰ ਅਤੇ ਬੱਝ ਰਹਿਤ ਹੋਣ, ਤਾਂ ਜੋ ਉਹ ਸ਼ਾਹੀ ਦਰਬਾਰ ਵਿੱਚ ਸੇਵਾਦਾਰ ਬਣਨ। ਅਸਪਸ ਉਹਨਾਂ ਨੂੰ ਬਾਬਲ ਦੀ ਭਾਸ਼ਾ ਸਿਖਾਵੇਗਾ। ਰਾਜਾ ਨੇ ਇਹ ਵੀ ਆਗਿਆ ਦਿੱਤੀ ਕਿ ਚੁਣੇ ਹੋਏ ਨੌਜਵਾਨਾਂ ਨੂੰ ਸ਼ਾਹੀ ਭੋਜਨ ਖਾਣ ਲਈ ਦਿੱਤਾ ਜਾਵੇ ਅਤੇ 3 ਸਾਲਾਂ ਦੀ ਸਿੱਖਿਆ ਦੇ ਚੁੱਕਣ ਦੇ ਪਿੱਛੋਂ ਉਹਨਾਂ ਨੂੰ ਦਰਬਾਰ ਵਿੱਚ ਰਾਜਾ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਉਹਨਾਂ ਚੁਣੇ ਨੌਜਵਾਨਾਂ ਵਿੱਚੋਂ ਯਹੂਦਾ ਵੰਸ਼ ਦੇ ਇਹ 4 ਜਵਾਨ ਵੀ ਸਨ: ਦਾਨੀਅਲ, ਹਨਨਾ, ਮਿਸ਼ਾਇਲ ਅਤੇ ਅਜ਼ਰਾਇਆ। ਦਾਨੀਅਲ ਨੇ ਆਪਣੇ ਮਨ ਵਿੱਚ ਇਹ ਫੈਸਲਾ ਕੀਤਾ ਕਿ ਉਹ ਆਪਣੇ ਆਪ ਨੂੰ ਕਿਸੇ ਤਰ੍ਹਾਂ ਦੇ ਸ਼ਾਹੀ ਭੋਜਨ ਖਾ ਕੇ ਜਾਂ ਦਾਖਸਾਰ ਪੀ ਕੇ ਅਸ਼ੁੱਧ ਨਹੀਂ ਕਰੇਗਾ। ਇਸ ਲਈ ਉਸਨੇ ਅਸਪਸ ਨੂੰ ਬੇਨਤੀ ਵੀ ਕੀਤੀ। ਪ੍ਰਭੂ ਪਰਮੇਸ਼ਰ ਨੇ ਅਸਪਸ ਨੂੰ ਦਾਨੀਅਲ ਦੀ ਮਦਦ ਲਈ ਪ੍ਰੇਰਿਆ, ਪਰ ਅਸਪਸ ਰਾਜਾ ਤੋਂ ਡਰਿਆ ਅਤੇ ਉਸਨੇ ਦਾਨੀਅਲ ਨੂੰ ਕਿਹਾ, ਰਾਜਾ ਨੇ ਆਪ ਤੁਹਾਡੇ ਲਈ ਠਹਿਰਾਇਆ ਹੈ ਕਿ ਤੁਸੀਂ ਕੀ ਖਾਵੋਗੇ ਜਾਂ ਪੀਵੋਗੇ। ਸੋ ਜੇਕਰ ਤੁਸੀਂ ਸਰੀਰਕ ਤੌਰ 'ਤੇ ਦੂਜਿਆਂ ਨੌਜਵਾਨਾਂ ਵਾਂਗ ਨਹੀਂ ਦਿਖਾਈ ਦੇਵੋਗੇ ਤਾਂ ਰਾਜਾ ਮੈਨੂੰ ਕਤਲ ਕਰ ਦੇਵੇਗਾ। ਸੋ ਦਾਨੀਅਲ ਉਸ ਅਧਿਕਾਰੀ ਕੋਲ ਗਿਆ ਜਿਸ ਨੂੰ ਅਸਪਸ ਨੇ ਦਾਨੀਅਲ ਅਤੇ ਉਸ ਦੇ 3 ਮਿੱਤਰਾਂ ਦੀ ਦੇਖਭਾਲ ਲਈ ਠਹਿਰਾਇਆ ਸੀ। ਉਸਨੇ ਕਿਹਾ, ਸ਼੍ਰੀਮਾਨ ਜੀ, ਤੁਸੀਂ 10 ਦਿਨਾਂ ਦੇ ਲਈ ਪ੍ਰੀਖਿਆ ਲਵੋ ਅਤੇ ਸਾਨੂੰ ਕੇਵਲ ਖਾਣ ਲਈ ਸਾਗ ਪੱਤ ਅਤੇ ਪੀਣ ਲਈ ਪਾਣੀ ਹੀ ਦਿਓ। ਫਿਰ ਤੁਸੀਂ ਸਾਡਾ ਟਾਕਰਾ ਸ਼ਾਹੀ ਭੋਜਨ ਖਾਣ ਵਾਲੇ ਨੌਜਵਾਨਾਂ ਨਾਲ ਕਰਨਾ ਅਤੇ ਇਸ ਦੇ ਪਿੱਛੋਂ ਆਪਣਾ ਫੈਸਲਾ ਦੇਣਾ। ਉਸ ਅਧਿਕਾਰੀ ਨੇ ਦਾਨੀਅਲ ਦੀ ਗੱਲ ਮੰਨ ਲਈ ਅਤੇ ਉਸਨੇ ਉਹਨਾਂ ਨੂੰ 10 ਦਿਨਾਂ ਤੱਕ ਪਰਖਿਆ। ਜਦੋਂ 10 ਦਿਨ ਖਤਮ ਹੋ ਗਏ ਤਾਂ ਦਾਨੀਅਲ ਅਤੇ ਉਸਦੇ 3 ਸਾਥੀਆਂ ਦੀ ਸਰੀਰਕ ਹਾਲਤ ਬਾਕੀਆਂ ਦੇ ਸਭ ਜਵਾਨਾਂ ਨਾਲੋਂ ਚੰਗੀ ਸੀ ਜੋ ਸ਼ਾਹੀ ਭੋਜਨ ਖਾਂਦੇ ਸਨ। ਇਸ ਲਈ ਉਹਨਾਂ ਉਤਲੇ ਅਧਿਕਾਰੀਆਂ ਨੇ ਉਹਨਾਂ ਨੂੰ ਸ਼ਾਹੀ ਭੋਜਨ ਦੀ ਥਾਂ ਸਾਗ ਪੱਤ ਹੀ ਖਾਣ ਦਿੱਤਾ। ਪਰਮੇਸ਼ਰ ਨੇ ਇਹਨਾਂ 4 ਜਵਾਨਾਂ ਨੂੰ ਹਰ ਤਰ੍ਹਾਂ ਦੇ ਗਿਆਨ ਨਾਲ ਮਾਲੂਮਾਲ ਕੀਤਾ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਵਿੱਦਿਆ ਵੀ ਦਿੱਤੀ।
दानियल ਨੂੰ ਪਰਮੇਸ਼ਰ ਨੇ ਸੁਪਨਿਆਂ ਅਤੇ ਦਰਸ਼ਨਾਂ ਦੇ ਅਰਥ ਦੱਸਣ ਦੀ ਦਾਤ ਵੀ ਦਿੱਤੀ। 3 ਸਾਲ ਖਤਮ ਹੋਣ ਦੇ ਪਿੱਛੋਂ ਅਸਪੰਸ ਨੇ ਸਭ ਨੌਜਵਾਨਾਂ ਨੂੰ ਰਾਜਾ ਨਬੂਕਦਨਸਰ ਦੇ ਦਰਬਾਰ ਵਿੱਚ ਪੇਸ਼ ਕੀਤਾ। ਰਾਜਾ ਨੇ ਉਹਨਾਂ ਸਭ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਦਾਨੀਅਲ, ਹਨਨਿਯਾ, ਮਿਸ਼ਾਇਲ ਅਤੇ ਅਜ਼ਰਾਇਆ ਸਭ ਤੋਂ ਚੰਗੇ ਲੱਗੇ। ਸੋ ਉਹਨਾਂ ਚਾਰਾਂ ਨੂੰ ਦਰਬਾਰੀ ਹੋਣ ਦੇ ਲਈ ਨਿਯੁਕਤ ਕੀਤਾ ਗਿਆ। ਰਾਜੇ ਨਬੂਕਦਨਸਰ ਚਾਹੇ ਕੋਈ ਪ੍ਰਸ਼ਨ ਜਾਂ ਕਠਿਨਾਈ ਪੇਸ਼ ਕਿਉਂ ਨਾ ਹੋਵੇ, ਕੋਈ ਵੀ ਕਠਿਨਾਈ ਜਾਂ ਪ੍ਰਸ਼ਨ ਪੇਸ਼ ਕਿਉਂ ਨਾ ਕਰੇ, ਪਰ ਇਹ ਚਾਰੇ ਉਸ ਰਾਜ ਦੇ ਸਭ ਗਿਆਨੀਆਂ ਜੋਤਸ਼ੀਆਂ ਨਾਲੋਂ 10 ਗੁਣਾ ਚੰਗੇ ਸਿੱਧ ਹੋਏ ਸਨ। ਆਮੀਨ। ਇਹ ਪ੍ਰਭੂ ਦਾ ਬਚਨ ਹੈ। ਪੜ੍ਹਨ ਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪਿਤਾ ਪਰਮੇਸ਼ਰ ਆਸ਼ੀਸ਼ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਇਹਨਾਂ ਵਚਨਾਂ ਵਿੱਚ ਦੱਸਿਆ ਗਿਆ ਕਿ ਬਾਬਲ ਦੇ ਰਾਜਾ ਨਬੂਕਦਨਸਰ ਨੇ ਯਰੂਸ਼ਲਮ ਸ਼ਹਿਰ ਨੂੰ ਘੇਰਾ ਪਾ ਲਿਆ, ਉਸ 'ਤੇ ਹਮਲਾ ਕਰਤਾ। ਯਹੂਦਾ ਦੇ ਰਾਜਾ ਯਹੋਯਾਕੀਮ ਨੂੰ ਹਰਾ ਕੇ ਪਰਮੇਸ਼ਰ ਦੇ ਮੰਦਰ ਵਿੱਚੋਂ ਸਭ ਚੀਜ਼ਾਂ ਆਪਣੇ ਬੁੱਤਾਂ ਦੇ ਦੇਵੀ ਦੇਵਤਿਆਂ ਦੇ ਮੰਦਰ ਵਿੱਚ ਰੱਖਤੀਆਂ, ਜੋ ਉਹ ਪਰਮੇਸ਼ਰ ਦੇ ਮੰਦਰ ਵਿੱਚੋਂ ਲੈ ਕੇ ਗਿਆ ਸੀ। ਰਾਜਾ ਨਬੂਕਦਨਸਰ ਨੇ ਸਭ ਕੁਛ ਇਸਰਾਏਲੀ ਲੋਕਾਂ ਨੂੰ, ਸਭ ਇਸਰਾਏਲੀ ਲੋਕਾਂ ਵਿੱਚੋਂ ਚੁਣ ਕੇ ਜਿਹੜੇ ਸੁੰਦਰ, ਚੁਸਤ, ਸਮਝਦਾਰ ਸਨ, ਉਹਨਾਂ ਨੂੰ ਸ਼ਾਹੀ ਭੋਜਨ ਔਰ ਹਰ ਰੋਜ਼ ਭੋਜਨ, ਸ਼ਾਹੀ ਭੋਜਨ ਅਤੇ ਮੈਂ ਦਿੰਦਾ ਸੀ। ਰਾਜਾ ਉਹਨਾਂ ਨੂੰ 3 ਸਾਲ ਤੱਕ ਸਿੱਖਿਆ ਅਤੇ ਭਾਸ਼ਾ ਸਿਖਾ ਕੇ ਆਪਣੇ ਮਹਿਲ ਵਿੱਚ ਕੰਮ ਕਰਾਉਣਾ ਚਾਹੁੰਦਾ ਸੀ। ਇਸਰਾਏਲੀ ਨੌਜਵਾਨਾਂ ਦੇ ਨਾਮ ਦਾਨੀਅਲ, ਹਨਨਿਯਾ, ਮਿਸ਼ਾਇਲ ਅਤੇ ਅਜ਼ਰਾਇਆ ਸੀ। ਦਾਨੀਅਲ ਨੇ ਰਾਜੇ ਦੇ ਸ਼ਾਹੀ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਸ ਤਰ੍ਹਾਂ ਦਾ ਭੋਜਨ ਖਾ ਕੇ ਭ੍ਰਸ਼ਟ ਜਾਂ ਅਸ਼ੁੱਧ ਨਹੀਂ ਹੋਣਾ ਚਾਹੁੰਦਾ। ਰਾਜਾ ਦੇ ਸੇਵਕਾਂ ਵਿੱਚੋਂ ਇੱਕ ਆਗੂ ਅਸਪੰਸ ਸੀ, ਜੋ ਇਹਨਾਂ ਇਸਰਾਏਲੀ ਨੌਜਵਾਨਾਂ ਦੀ ਦੇਖਭਾਲ ਕਰਦਾ ਸੀ। ਪਰਮੇਸ਼ਰ ਨੇ ਅਸਪੰਸ ਦੇ ਦਿਲ ਵਿੱਚ ਦਾਨੀਅਲ ਦੇ ਲਈ ਦਇਆ ਅਤੇ ਮਿਹਰਬਾਨ ਹੋਣ ਦੇ ਲਈ ਭਾਵਨਾ ਪੈਦਾ ਕਰ ਦਿੱਤੀ। ਦਾਨੀਅਲ ਨੇ ਸਧਾਰਨ ਭੋਜਨ ਖਾਣ ਲਈ 10 ਦਿਨਾਂ ਵਾਸਤੇ ਕਿਹਾ ਕਿ ਫਿਰ ਤੁਸੀਂ ਸਾਡੀ ਪ੍ਰੀਖਿਆ ਕਰਨੀ ਆ। ਅਸੀਂ ਸ਼ਾਹੀ ਭੋਜਨ ਜਾਂ ਮੈਂ ਆਦਿ ਨਹੀਂ ਖਾਵਾਂਗੇ, ਸਾਦਾ ਭੋਜਨ ਖਾਵਾਂਗੇ। ਔਰ ਫਿਰ ਤੁਸੀਂ ਸ਼ਾਹੀ ਭੋਜਨ ਅਤੇ ਸਾਦੇ ਭੋਜਨ ਵਿੱਚ ਫਰਕ ਸਮਝ ਸਕਦੇ ਹੋ ਕਿ ਕੌਣ ਸਿਹਤਮੰਦ, ਕੌਣ ਨਿਰੋਆ ਹੈ, ਤਕੜਾ ਹੈ। ਫਿਰ 10 ਦਿਨਾਂ ਤੋਂ ਬਾਅਦ ਦਾਨੀਅਲ ਅਤੇ ਉਸ ਦੇ ਮਿੱਤਰ ਸ਼ਾਹੀ ਭੋਜਨ ਖਾਣ ਵਾਲਿਆਂ ਵਿੱਚੋਂ ਜ਼ਿਆਦਾ ਸਿਹਤਮੰਦ ਅਤੇ ਤਕੜੇ ਨਿਕਲੇ। ਪਰਮੇਸ਼ਰ ਦਾਨੀਅਲ ਅਤੇ ਉਸ ਦੇ ਮਿੱਤਰਾਂ ਦੇ ਨਾਲ ਸੀ। ਪਰਮੇਸ਼ਰ ਨੇ ਇਹਨਾਂ ਨੂੰ ਬਹੁਤ ਬੁੱਧ ਗਿਆਨ ਦਿੱਤਾ, ਭਾਸ਼ਾਵਾਂ, ਬੋਲੀਆਂ ਸਿੱਖਣ ਦੇ ਲਈ ਵੀ ਦਾਤਾਂ ਦਿੱਤੀਆਂ, ਯੋਗਤਾਵਾਂ ਦਿੱਤੀਆਂ। ਦਾਨੀਅਲ ਨੂੰ ਪਰਮੇਸ਼ਰ ਨੇ ਦਰਸ਼ਨਾਂ ਅਤੇ ਸੁਪਨਿਆਂ ਨੂੰ ਸਮਝਣ ਦੇ ਲਈ ਗਿਫਟ ਦਿੱਤੀ, ਦਾਤ ਦਿੱਤੀ। ਜਦੋਂ ਇਹਨਾਂ ਚਾਰਾਂ ਨੂੰ ਰਾਜੇ ਸਾਹਮਣੇ ਪੇਸ਼ ਕੀਤਾ ਗਿਆ ਤੇ ਸ਼ਾਹੀ ਭੋਜਨ ਖਾਣ ਵਾਲਿਆਂ ਵਿੱਚੋਂ ਜ਼ਿਆਦਾ ਜਵਾਨ ਸਨ ਅਤੇ ਚਾਰਾਂ ਇਸਰਾਏਲੀ ਨੌਜਵਾਨਾਂ ਨੂੰ ਰਾਜੇ ਦੇ ਸੇਵਕ ਬਣਾ ਦਿੱਤਾ ਗਿਆ। ਰਾਜੇ ਨੇ ਦੇਖਿਆ ਕਿ ਇਹ ਮੇਰੇ ਜਿਹੜੇ ਜਾਦੂਗਰ ਔਰ ਮੇਰੇ ਸਿਆਣਿਆਂ ਲੋਕਾਂ ਨਾਲੋਂ ਵੀ 10 ਗੁਣਾ ਬਿਹਤਰ ਹਨ, ਸਮਝਦਾਰ ਹਨ। ਮੇਰੇ ਭੈਣ ਭਰਾਵੋ, ਅਸੀਂ ਇਹਨਾਂ ਵਚਨ ਤੋਂ ਸਮਝਦੇ ਹਾਂ ਕਿ ਪਰਮੇਸ਼ਰ ਜਿਸ ਦੇ ਨਾਲ ਹੈ, ਜਿਨ੍ਹਾਂ ਨਾਲ ਪਰਮੇਸ਼ਰ ਹੈ, ਉਹਨਾਂ ਲੋਕਾਂ ਨੂੰ ਸ਼ਾਹੀ ਭੋਜਨ ਦੀ ਜ਼ਰੂਰਤ ਨਹੀਂ ਹੈ। ਉਹਨਾਂ ਲਈ ਸਧਾਰਨ ਭੋਜਨ ਹੀ ਕਾਫੀ ਹੈ, ਕਿਉਂਕਿ ਪਰਮੇਸ਼ਰ ਆਪਦੇ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਸਾਨੂੰ ਤੰਦਰੁਸਤੀ, ਚੰਗਾਈ ਬਖਸ਼ਦਾ ਹੈ, ਬੁੱਧ, ਗਿਆਨ, ਅਕਲ ਦਿੰਦਾ ਹੈ। ਔਰ ਸਾਨੂੰ
ਪ੍ਰਭੂ ਪਰਮੇਸ਼ਰ ਦੇ ਵਫਾਦਾਰ ਰਹਿਣਾ ਹੈ, ਉਸ ਦੇ ਵਚਨਾਂ ਅਤੇ ਹੁਕਮਾਂ ਦੀ ਵਿਧੀਆਂ ਜਿੰਨੀਆਂ ਵੀ ਉਸੇ ਨਿਯਮਾਂ ਵਿਧੀਆਂ ਹਨ ਉਹਨਾਂ ਦੇ ਚੱਲਣਾ ਹੈ, ਉਸ ਦੀ ਵਡਿਆਈ ਅਤੇ ਮਹਿਮਾ ਕਰਨੀ ਹੈ। ਸੋ ਪਲੀਜ਼ ਪ੍ਰਭੂ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ। ਪ੍ਰਭੂ ਆਪ ਸਭ ਨੂੰ ਅਤੇ ਮੈਨੂੰ ਵੀ ਸਵਰਗਾਂ ਦੀ ਸੰਤਾਨ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ, ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਪ੍ਰਭੂ ਜੀ ਜੋ ਤੁਸੀਂ ਸਾਨੂੰ ਅੱਜ ਦੇ ਵਚਨ ਦਿੱਤੇ ਹਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਸਾਡੇ ਵੀ ਵਿਸ਼ਵਾਸ ਨੂੰ ਇਸ ਤਰ੍ਹਾਂ ਹੀ ਵਧਾਉਣਾ ਪ੍ਰਭੂ ਜੀ, ਜਿਸ ਤਰ੍ਹਾਂ ਇਹ 4 ਨੌਜਵਾਨਾਂ ਦੇ ਵਿਸ਼ਵਾਸ ਨੂੰ ਤੁਸੀਂ ਵਧਾਇਆ। ਪਲੀਜ਼ ਸਾਨੂੰ ਵੀ ਅਕਲ ਬੁੱਧੀ ਗਿਆਨ ਦੇਣਾ ਕਿ ਤੇਰੇ ਵਚਨਾਂ ਨੂੰ, ਤੇਰੇ ਦਰਸ਼ਨਾਂ ਨੂੰ ਦੇਖ ਸਕੀਏ, ਸਮਝ ਸਕੀਏ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇਲੂਇਆ ਪ੍ਰਭੂ ਯਿਸੂ, ਥੈਂਕ ਯੂ ਜੀਸਸ। ਮੇਰੇ ਪਿਆਰੇ ਹੁਣ ਅਸੀਂ ਪੜ੍ਹਦੇ ਹਾਂ ਸੰਤ ਲੂਕਾ ਦੀ ਇੰਜੀਲ ਚੈਪਟਰ 21 1 ਤੋਂ 4 ਆਇਤਾਂ। ਸੈਂਟ ਲੂਕ ਚੈਪਟਰ 21 verses 1 till 4. A poor widow gives all she has. ਇੱਕ ਗਰੀਬ ਵਿਧਵਾ ਦਾ ਦਾਨ। ਪ੍ਰਭੂ ਯਿਸੂ ਨੇ ਦੇਖਿਆ ਕਿ ਦਾਨਵਾਨ ਆਪਣਾ ਦਾਨ ਮੰਦਿਰ ਦੀ ਦਾਨ ਵਾਲੀ ਸੰਦੂਕੜੀ ਵਿੱਚ ਪਾ ਰਹੇ ਹਨ। ਉਹਨਾਂ ਨੇ ਇੱਕ ਗਰੀਬ ਵਿਧਵਾ ਨੂੰ ਵੀ ਦੇਖਿਆ ਜਿਸ ਨੇ ਕੇਵਲ 2 ਪੈਸੇ ਹੀ ਪਾਏ। ਇਸ ਉੱਤੇ ਯਿਸੂ ਨੇ ਕਿਹਾ, ਨਿਰਸੰਦੇਹ ਇਸ ਵਿਧਵਾ ਨੇ ਸਭ ਤੋਂ ਵੱਧ ਦਾਨ ਦਿੱਤਾ ਹੈ। ਬਾਕੀ ਸਭ ਨੇ ਆਪਣੀ ਪੂੰਜੀ ਦਾ ਵਾਧੂ ਹਿੱਸਾ ਹੀ ਦਾਨ ਵਿੱਚ ਪਾਇਆ ਹੈ, ਦਾਨ ਦਿੱਤਾ ਹੈ। ਪਰ ਇਸ ਵਿਧਵਾ ਨੇ ਆਪਣੀ ਗਰੀਬੀ ਵਿੱਚ ਜੋ ਕੁਝ ਇਸ ਦੇ ਕੋਲ ਸੀ, ਆਪਣੀ ਸਾਰੀ ਜੀਵਿਕਾ ਦਾਨ ਵਿੱਚ ਦੇ ਦਿੱਤੀ। ਆਮੀਨ। ਇਹ ਪ੍ਰਭੂ ਦਾ ਵਚਨ ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਅਕਲ ਤੇ ਬੁੱਧੀ ਤੇ ਆਸ਼ੀਰਵਾਦ ਬਰਕਤ ਬਖਸ਼ੇ। ਮੇਰੇ ਭੈਣ ਭਰਾਵੋ, ਇਹਨਾਂ ਵਚਨਾਂ ਵਿੱਚ ਸਾਨੂੰ ਦੱਸਿਆ ਗਿਆ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਕੋਲ ਆਪਣੇ ਧਨ ਦੌਲਤਾਂ ਪੈਸਿਆਂ ਵਿੱਚੋਂ ਬਚੇ ਹੋਏ ਵਾਧੂ ਪੈਸੇ ਹੀ ਅਸੀਂ ਪਰਮੇਸ਼ਰ ਨੂੰ ਦਾਨ ਕਰਦੇ ਹਾਂ। ਪਰ ਇਸ ਵਿਧਵਾ ਜੋ ਅਸੀਂ ਇਹ ਵਚਨ ਪੜ੍ਹੇ ਹਨ, ਇਸ ਵਿਧਵਾ ਔਰਤ ਨੇ ਜੋ ਇਸ ਦੇ ਕੋਲ ਸੀ ਪਰਮੇਸ਼ਰ ਨੂੰ ਸਭ ਕੁਝ ਦਾਨ ਕਰ ਦਿੱਤਾ। ਸਾਨੂੰ ਆਪਣੀ ਆਮਦਨ ਵਿੱਚੋਂ ਕੁਝ % ਪਰਮੇਸ਼ਰ ਨੂੰ ਖੁਸ਼ੀ ਨਾਲ ਦਾਨ ਕਰਨੇ ਹਨ। ਪ੍ਰਭੂ ਯਿਸੂ ਇੱਥੇ ਇੱਕ ਵਿਧਵਾ ਦਾਨੀ ਔਰਤ ਦੀ ਸ਼ਲਾਘਾ ਕਰਦੇ ਹਨ, ਵਡਿਆਈ ਕਰਦੇ ਹਨ ਕਿ ਇਸ ਨੇ ਆਪਣੇ ਜੀਵਿਕਾ ਬਾਰੇ ਕੁਝ ਨਹੀਂ ਸੋਚਿਆ। ਜੋ ਇਸ ਦੇ ਕੋਲ 2 ਪੈਸੇ ਹੀ ਸੀ, ਪਰਮੇਸ਼ਰ ਨੂੰ ਦਾਨ ਕਰ ਦਿੱਤੇ। ਵਿਸ਼ਵਾਸੀਆਂ ਦੇ ਤੌਰ 'ਤੇ ਸਾਨੂੰ ਪਰਮੇਸ਼ਰ ਨੂੰ ਵੱਧ ਤੋਂ ਵੱਧ ਦੇਣਾ ਹੈ, ਚਾਹੇ ਪੈਸੇ ਦੇ ਰੂਪ ਵਿੱਚ, ਚਾਹੇ ਸਮਾਂ ਟਾਈਮ ਜਾਂ ਟੈਲੈਂਟਸ ਜਾਂ ਯੋਗਤਾ ਦੇ ਰੂਪ ਵਿੱਚ ਦਿਲੋਂ ਖੁਸ਼ੀ ਨਾਲ ਅਤੇ ਸੌਖੇ ਤਰੀਕੇ ਨਾਲ ਪ੍ਰਭੂ ਪਰਮੇਸ਼ਰ ਨੂੰ ਦਾਨ ਕਰਨਾ ਹੈ। ਇਸ ਲਈ ਪ੍ਰਭੂ ਪਰਮੇਸ਼ਰ ਇਸ ਤੋਂ ਖੁਸ਼ ਹੁੰਦਾ ਹੈ ਜਦੋਂ ਅਸੀਂ ਕਿਸੇ ਲੋੜਵੰਦ ਭੈਣ ਭਰਾ ਦੀ ਮਦਦ ਕਰਦੇ ਹਾਂ ਜਾਂ ਪਰਮੇਸ਼ਰ ਦੇ ਕੰਮਾਂ ਵਿੱਚ ਖਰਚ ਕਰਦੇ ਹਾਂ। ਪ੍ਰਭੂ ਦਾ ਵਚਨ ਵੀ ਸਾਨੂੰ ਸਿਖਾਉਂਦਾ ਹੈ, ਜ਼ਿਆਦਾ ਬੀਜਾਂਗੇ ਜ਼ਿਆਦਾ ਕੱਟਾਂਗੇ। ਪਰਮੇਸ਼ਰ ਸਾਨੂੰ ਲੋੜ ਤੋਂ ਅਧਿਕ ਦੇਣ ਦੀ ਸ਼ਕਤੀ ਰੱਖਦਾ ਹੈ। ਸੋ ਸਾਨੂੰ ਪਰਮੇਸ਼ਰ ਅਤੇ ਪਰਮੇਸ਼ਰ ਦੇ ਲੋਕਾਂ ਦੀ ਖੁਸ਼ ਦਿਲੀ ਨਾਲ ਸੇਵਾ ਕਰਨੀ ਹੈ। ਪਰਮੇਸ਼ਰ ਖੁਸ਼ ਹੋ ਕੇ ਬਹੁਤ ਬਰਕਤਾਂ ਦੇਵੇਗਾ। ਸੋ ਪ੍ਰਭੂ ਪਰਮੇਸ਼ਰ ਪਰ ਵਿਸ਼ਵਾਸ ਕਰੋ, ਪ੍ਰਭੂ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ। ਪ੍ਰਭੂ ਆਪ ਸਭ ਨੂੰ ਅਤੇ ਮੈਨੂੰ ਵੀ ਸਵਰਗਾਂ ਦੀ ਸੰਤਾਨ ਬਣਾਵੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ, ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਯਿਸੂ ਜੀ ਅੱਜ ਦੇ ਵਚਨਾਂ ਦੇ, ਅੱਜ ਦੇ ਸਮੇਂ ਲਈ ਪ੍ਰਭੂ ਜੀ, ਅੱਜ ਦੇ ਦਿਨ ਲਈ ਧੰਨਵਾਦ ਕਰਦੇ ਪ੍ਰਭੂ ਯਿਸੂ ਜੀ। ਸਾਨੂੰ ਸਭ ਭੈਣ ਭਰਾ ਨੂੰ ਆਪਦੀ ਸ਼ਕਤੀ ਰਾਹੀਂ ਇਕੱਠੇ ਕੀਤਾ ਹੈ, ਜੋ ਬੀਤੇ ਸਮੇਂ ਸਾਨੂੰ ਸੰਭਾਲ ਕੇ ਰੱਖਿਆ ਹੈ। ਅਸੀਂ ਆਪਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਪ੍ਰਭੂ ਜੀ। ਜਿਨ ਵੀ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਿਹਾ, ਸੁਣ ਰਿਹਾ, ਦੇ ਅੱਗੇ ਦੁਆਵਾਂ ਕਰਦੇ, ਬੇਨਤੀਆਂ ਕਰਦੇ ਪ੍ਰਭੂ ਯਿਸੂ, ਸਭ ਤੇ ਰਹਿਮ ਕਰਨ, ਦਇਆ ਕਰਨੀ, ਕਿਰਪਾ ਕਰਨੀ, ਤੇਰੀ ਮਹਿਮਾ, ਤੇਰੀ ਵਡਿਆਈ ਦਰੁਸਤ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਜੀਸਸ, ਜੀਸਸ, ਥੈਂਕ ਯੂ ਜੀਸਸ, ਪ੍ਰੇਜ਼ ਦ ਲਾਰਡ ਜੀਸਸ, ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਪਿਤਰ ਚਰਨ ਜਿਹੜੇ ਦੁਆ ਕਰੀਏ, ਬੇਨਤੀਆਂ ਕਰੀਏ। Hallelujah. Thank you, Pitta Parmeshwar. Thank you, Jesus. Hallelujah. Hallelujah. Heavenly Father, mighty God. Hallelujah. Hallelujah. Thank you. I worship you. Almighty God, we worship you. We glorify you.
Thank you, thank you. You are great and powerful, Lord, Almighty God. Thank you. We praise the Lord Jesus. Thank you, Jesus. Thank you, Jesus. You are Savior of the whole world, Lord Jesus. We believe you, trust you, Lord Jesus. Thank you, Jesus. We give you thank you for your holy blood, Lord Jesus. Thank you for your Holy Spirit, Lord Jesus. Thank you, Jesus. Praise the Lord Jesus. Thank you, Jesus. Thank you, पिता परमेश्वर सब दुनिया ਦੇ ਰਚਨਹਾਰੇ ਸਰਵ ਧਰਤੀ ਦੇ ਮਾਲਕ ਸਰਵ ਸ਼ਕਤੀਮਾਨ ਸਾਡੇ ਮੁਕਤੀਦਾਤਾ ਯਿਸੂ ਮਸੀਹ ਅਸੀਂ ਆਦਾ ਬਾਰ-ਬਾਰ ਦਿਲੋਂ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਹਾਂ ਅੱਜ ਦੇ ਵਕਤ ਦੇ ਸਮੇਂ ਲਈ ਯਿਸੂ ਜੀ ਜਿੰਨੇ ਵੀ ਸਾਡੇ ਭੈਣ ਭਰਾ ਆਪਦਾ ਵਚਨ ਪੜ੍ਹ ਸੁਣ ਰਹੇ ਆਪਦਾ ਕੇ ਦੁਆਵਾਂ ਕਰਦੇ ਹਾਂ ਯਿਸੂ ਸਭ ਤਰ੍ਹਾਂ ਮੈਂ ਕਹਿੰਦਾ ਕਰਨੀ ਕਿਰਪਾ ਕਰਨੀ ਯਿਸੂ ਜੀ ਥੈਂਕ ਯੂ ਜੀ ਥੈਂਕ ਯੂ ਜੀ ਹਾਲੇਲੂਇਆ ਹਾਲੇਲੂਇਆ ਯਿਸੂ ਸਾਡੇ ਕੰਮਾਂ ਕਾਰਾਂ 'ਚ ਬਰਕਤ ਦੇਣਾ ਯਿਸੂ ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਸਿਹਤ ਨੂੰ ਤੰਦਰੁਸਤੀ ਚੰਗਾਈ ਬਖਸ਼ੀ ਯਿਸੂ ਜੀ ਥੈਂਕ ਯੂ ਥੈਂਕ ਯੂ ਜੀ ਘਰ ਵਿੱਚ ਸ਼ਾਂਤੀ ਦੇਣੀ ਬੱਚੇ ਦੇ ਰਹਿਮ ਕਰਨ ਦਇਆ ਕਰਨੀ ਯਿਸੂ ਜੀ ਹਰ ਬਿਮਾਰ ਤੋਂ ਬਚਾ ਕਰਨਾ ਹਰ ਸ਼ੈਤਾਨੀ ਤਾਕਤ ਤੋਂ ਬਚਾ ਕਰਨਾ ਯਿਸੂ ਸਾਡੇ ਵਿਸ਼ਵਾਸ ਨੂੰ ਵਧਾ ਕੇ ਰੱਖਣਾ ਯਿਸੂ ਜੀ ਥੈਂਕ ਯੂ ਪਿਤਾ ਪਰਮੇਸ਼ਰ ਥੈਂਕ ਯੂ ਪ੍ਰਭੂ ਯਿਸੂ ਆਪਦੇ ਪਵਿੱਤਰ ਖੂਨ ਦਾ ਧੰਨਵਾਦ ਕਰਦੇ ਯਿਸੂ ਜੀ ਆਪਦਾ ਧੰਨਵਾਦ ਕਰਦੇ ਯਿਸੂ ਜੀ ਥੈਂਕ ਯੂ ਜੀਸਸ ਹਾਲੇਲੂਇਆ ਜਿੰਨੇ ਵੀ ਸਾਡੇ ਭੈਣ ਭਰਾ ਦਾ ਬਚਨ ਸੁਣਦਾ ਪੜ ਰਿਹਾ ਆਪਦੇ ਦੁਆਵਾਂ ਕਰਦੇ ਬੇਨਤੀ ਕਰਦੇ ਸਭ ਦੇ ਸਿਰਾਂ ਨੂੰ ਤੰਦਰੁਸਤੀ ਚੰਗਾਈ ਬਖਸ਼ਣ ਯਿਸੂ ਜੀ ਤੇਰੇ ਨਾਮ ਦੀ ਮਹਿਮਾ ਤੇਰੇ ਨਾਮ ਦੀ ਬੜਾਈ ਕਰਦੇ ਯਿਸੂ ਜੀ ਐ ਯਿਸੂ ਤੇਰਾ ਨਾਮ ਪਵਿੱਤਰ ਨਾ ਸ਼ੁੱਧ ਹੈ ਤੇਰੇ ਨਾਮ ਦੀ ਮਹਿਮਾ ਕਰਦੇ ਆਪਦੇ ਵਚਨ ਸੱਚੇ ਪਵਿੱਤਰ ਧੰਨ ਯਿਸੂ ਜੀ ਥੈਂਕ ਯੂ ਥੈਂਕ ਯੂ ਜੀ ਆਪਦੇ ਵਚਨ ਆਤਮਾ ਦੇ ਜੀਵਨ ਹਨ ਯਿਸੂ ਜੀ ਥੈਂਕ ਯੂ ਜੀ ਹਾਲੇਲੂਇਆ ਐ ਯਿਸੂ ਤੁਸੀਂ ਆਖਿਆ ਜਾਗਦੇ ਰਹੋ ਸੁਚੇਤ ਰਹੋ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਸਮੇਂ ਕਿਹੜੇ ਦਿਨ ਆ ਜਾਵੇਗਾ ਹਾਲੇਲੂਇਆ ਥੈਂਕ ਯੂ ਜੀਸਸ ਐ ਯਿਸੂ ਅਸੀਂ ਯਕੀਨ ਕਰ ਵਿਸ਼ਵਾਸ ਕਰਦੇ ਹਾਂ ਨਿਸ਼ਚੈ ਕਰਦੇ ਹਾਂ ਤੁਸੀਂ ਜਲਦੀ ਆ ਰਹੇ ਹੋ ਯਿਸੂ ਜੀ ਥੈਂਕ ਯੂ ਜੀਸਸ ਤੁਸੀਂ ਪ੍ਰਭੂ ਤੁਸੀਂ ਪਰਮੇਸ਼ਰ ਹੋ ਤੁਸੀਂ ਆਦਿ ਅੰਤ ਹੋ ਤੁਸੀਂ ਆਉਣੇ ਵਾਲੇ ਹੋ ਤੁਸੀਂ ਪਹਿਲੇ ਤਾਂ ਅਖੀਰ ਹੋ ਯਿਸੂ ਜੀ ਥੈਂਕ ਯੂ ਜੀ ਆਪਦੇ ਪਿੱਤਰ ਸ਼ਬਦ ਰਾਹੀਂ ਪਿੱਤਰ ਨਾਮ ਦੇ ਰਾਹੀਂ ਪਾਪਾ ਤੋਂ ਮਾਫੀ ਮਿਲਦੀ ਹੈ ਐ ਯਿਸੂ ਜੀ ਆਪਦੇ ਮੂੰਹ ਵਿੱਚੋਂ ਇੱਕ ਬਚਨ ਦੇ ਨਾਲ ਹਰ ਬਿਮਾਰ ਤੋਂ ਸ਼ਿਫਾ ਮਿਲਦੀ ਹੈ ਤੰਦਰੁਸਤੀ ਮਿਲਦੀ ਹੈ ਚੰਗਾਈ ਮਿਲਦੀ ਹੈ ਮੁਰਦੇ ਜਿਉਂਦੇ ਹੁੰਦੇ ਹਨ ਐ ਯਿਸੂ ਤੇਰਾ ਨਾਮ ਪਵਿੱਤਰ ਰਸ਼ਿਦ ਹੈ ਤੇਰੇ ਨਾਮ ਦੀ ਮਹਿਮਾ ਕਰਦੇ ਬੜਾਈ ਕਰਦੇ ਹਾਂ ਜਿਨ ਵੀ ਸਾਡੇ ਭੈਣ ਭਰਾ ਦਾ ਬਚਨ ਪੜ੍ਹ ਸੁਣ ਰਿਹਾ ਯਿਸੂ ਸਭ ਤਰ੍ਹਾਂ ਦਾ ਦਇਆ ਕਰਨੀ ਕਿਰਪਾ ਕਰਨੀ ਸਾਡੇ ਸਰੀਰ 'ਚ ਕੋਈ ਵੀ ਦੁੱਖ ਤਕਲੀਫ ਬਿਮਾਰੀ ਕਮਜ਼ੋਰ ਹੈ ਯਿਸੂ ਆਪਦੇ ਪਿਤਾ ਸ਼ੂ ਕੇ ਸੰਤ ਤੰਦਰੁਸਤੀ ਚੰਗਾਈ ਬਖਸ਼ਣੀ ਯਿਸੂ ਥੈਂਕ ਯੂ ਜੀ ਹਾਲੇਲੂਇਆ ਉਹ ਜਗ੍ਹਾ ਉਹ ਘਰ ਧੰਨ ਹੈ ਜਿੱਥੇ ਆਪਦਾ ਬਚਨ ਪੜ੍ਹਿਆ ਜਾਂਦਾ ਆਪਦਾ ਨਾਮ ਲਿਆ ਜਾਂਦਾ ਯਿਸੂ ਉਹਨਾਂ ਦੇ ਘਰਾਂ ਦੇ ਇਰਦ ਗਿਰਦ ਆਪਦੇ ਦੂਤਾਂ ਦਾ ਪੈਰ ਲਗਾਉਣਾ ਹਰ ਸ਼ੈਤਾਨੀ ਤਾਕਤ ਤੋਂ ਬਚਾ ਕਰਨਾ ਹਰ ਬਿਮਾਰੀ ਤੋਂ ਬਚਾ ਕਰਨਾ ਯਿਸੂ ਥੈਂਕ ਯੂ ਜੀ ਹਾਲੇਲੂਇਆ ਹਾਲ ਯਿਸੂ ਅਸੀਂ ਦੁਆ ਕਰਦੇ ਬੇਨਤੀ ਕਰਦੇ ਹਾਂ ਬਿਮਾਰ ਭੈਣ ਭਰਾ ਜੇ ਕਰਮ 'ਚ ਬਾਹਰ ਜਾਂ ਹਸਪੀਟਲ 'ਚ ਬਾਹਰ ਯਿਸੂ ਪਲੀਜ਼ ਪਵਿੱਤਰ ਆਤਮਾ ਰਾਹੀਂ ਉਹਨਾਂ ਨੂੰ ਸ਼ਕਤੀ ਦਿਓ ਬਲ ਦਿਓ ਤਾਕਤ ਦਿਓ ਹਰ ਬਿਰਤ ਉਹਨਾਂ ਨੂੰ ਸ਼ਿਫਾ ਦਿਓ ਯਿਸੂ ਥੈਂਕ ਯੂ ਜੀ ਹਾਲੇਲੂਇਆ ਹਾਲ ਯਿਸੂ ਅਸੀਂ ਦੁਆ ਕਰਦੇ ਹਾਂ ਆਪਣੇ ਭਰਾ ਪਾਸਟਰ ਮਸਲੇ ਜੋ ਵੀ ਸਰੀਰ 'ਚ ਕਮਜ਼ੋਰੀ ਆ ਯਿਸੂ ਪਲੀਜ਼ ਆਦੇ ਅਵਤਾਰਾਂ ਸ਼ੂ ਕੇ ਉਹਨੂੰ ਤੰਦਰੁਸਤੀ ਚੰਗਾਈ ਬਖਸ਼ੋ ਯਿਸੂ ਅਸੀਂ ਦੁਆ ਕਰਦੇ ਬੱਚੇ ਲਈ ਯਿਸੂ ਜੇ ਇੰਡੀਆ ਵਿੱਚ ਯਿਸੂ ਉਹਦੇ ਲੱਤਾਂ ਵਿੱਚ ਕੋਈ ਵੀ ਕਮਜ਼ੋਰੀ ਆ ਜੋ ਵੀ ਉਹਦੇ ਸਰੀਰ 'ਚ ਬਿਮਾਰੀਆਂ ਯਿਸੂ ਤੁਸੀਂ ਜਾਣਦੇ ਹੋ ਪਲੀਜ਼ ਯਿਸੂ ਜੀ ਆਪਦੇ ਅੱਗੇ ਹੱਥਾਂ ਜੋੜ ਕੇ ਦੁਆ ਕਰਦੇ ਬੇਨਤੀ ਕਰਦੇ ਹਾਂ ਉਸ ਬੱਚੇ ਨੂੰ ਆਪਦੇ ਪਿਤਾ ਨਾਲ ਛੂ ਕੇ ਤੰਦਰੁਸਤੀ ਚੰਗਾਈ ਬਖਸ਼ੋ ਯਿਸੂ ਜੀ ਥੈਂਕ ਯੂ ਜੀ ਕਿ ਤੇਰੇ ਨਾਮ ਦੀ ਮਹਿਮਾ ਕਰਨ ਤੇਰੇ ਨਾਮ ਦੀ ਵਡਿਆਈ ਕਰਨ ਤੇਰੇ ਨਾਮ ਦੀ ਗਵਾਹੀ ਦੇਣ ਕਿ ਤੁਸੀਂ ਉਸ ਨੂੰ ਠੀਕ ਕਰ ਦਿੱਤਾ ਹੈ ਥੈਂਕ ਯੂ ਜੀ ਹਾਲੇਲੂਇਆ ਯਿਸੂ ਨਾਜ਼ੀ ਤੇਰੇ ਨਾਮ ਪਵਿੱਤਰ ਸ਼ੁੱਧ ਹੈ ਗਰੀਬ ਲੋਕਾਂ ਭੈਣ ਭਰਾ ਦੀ ਦੁਆ ਕਰਦੇ ਯਿਸੂ ਉਹਨਾਂ ਜ਼ਰੂਰਤਾਂ ਲੋੜਾਂ ਪੂਰਾ ਕਰਨਾ ਯਿਸੂ ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ ਉਹਨਾਂ ਸਭ ਦੀ ਦੁਆ ਕਰਦੇ ਹਾਂ ਬੇਨਤੀ ਕਰਦੇ ਹਾਂ ਉਹਨੇ ਕੰਮਾਂ ਕਾਰਾਂ 'ਚ ਬਰਕਤ ਦੇਣਾ ਯਿਸੂ ਥੈਂਕ ਯੂ ਜੀ ਹਾਲੇਲੂਇਆ ਯਿਸੂ ਦੁਆ ਕਰਦੇ ਉਹਨਾਂ ਭੈਣਾਂ ਲਈ ਜਿਨ੍ਹਾਂ ਦੇ ਕੋਲ ਬੱਚਿਆਂ ਦੀ ਔਲਾਦ ਨਹੀਂ ਯਿਸੂ ਪਲੀਜ਼ ਯਿਸੂ ਆਪਦੇ ਅੱਗੇ ਦੁਆਵਾਂ ਕਰਦੇ ਬੇਨਤੀ ਕਰਦੇ ਹਾਂ ਉਹਨਾਂ ਭੈਣਾਂ ਦੀ ਦੁਆ ਸੁਣਨਾ ਪ੍ਰਾਰਥਨਾ ਸੁਣਨਾ ਉਹਨਾਂ ਬੱਚਿਆਂ ਦਾ ਵਰਤਾਨ ਦੇਣਾ ਯਿਸੂ ਥੈਂਕ ਯੂ ਜੀ ਹਾਲੇਲੂਇਆ ਥੈਂਕ ਯੂ ਮਾਂ ਮਰੀਮ ਯਿਸੂ ਦੀ ਮਾਂ ਸਾਡੀ ਮਾਂ ਸੰਤ ਮਾਂ ਟਰੀਜ਼ਾ ਸੰਤ ਜੋਸਫ ਸੰਤ ਮਾਈਕਲ ਸੰਤ ਜਿਬਰਾਇਲ ਸੰਤ ਫਾਇਰ ਸਾਰੇ ਸੰਤਾਂ ਦੇ ਫਰਿਸ਼ਤੇ ਅਸੀਂ ਆਪਦੇ ਅੱਗੇ ਸਿਫਾਰਿਸ਼ ਕਰਦੇ ਹਾਂ ਬੇਨਤੀਆਂ ਕਰਦੇ ਹਾਂ ਇਹਨਾਂ ਭੈਣਾਂ ਲਈ ਪ੍ਰਭੂ ਯਿਸੂ ਦੇ ਅੱਗੇ ਦੁਆ ਕਰੋ ਪ੍ਰਾਰਥਨਾ ਕਰੋ ਕਿ ਪ੍ਰਭੂ ਯਿਸੂ ਇਹਨਾਂ ਬੱਚਿਆਂ ਇਹਨਾਂ ਭੈਣਾਂ ਨੂੰ ਬੱਚਿਆਂ ਦੀ ਔਲਾਦ ਦੇਵੇ ਵਰਦਾਨ ਦੇਵੇ ਥੈਂਕ ਯੂ ਜੀ ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਪ੍ਰਭੂ ਯਿਸੂ ਥੈਂਕ ਯੂ ਜੀ ਹਾਲੇਲੂਇਆ ਅਸੀਂ ਦੁਆ ਕਰਦੇ ਪ੍ਰਚਾਰ ਕਰਨ ਵਾਲੇ ਭੈਣ ਭਰਾਵਾਂ ਲਈ ਫਾਦਰ ਲੋਕ ਬਿਸ਼ਪ ਲੋਕ ਸਿਸਟਰ ਪਾਸਟਰ ਲੋਕ ਚਰਚਾਂ ਦੇ ਲੀਡਰ ਦੇ ਨਾਮ ਬੁਲਾਉਂਦੇ ਹਨ ਫਲਾਉਂਦੇ ਹਨ ਯਿਸੂ ਸ਼ੇਅਰ ਕਰਦੇ ਹਨ ਪਰ ਯਿਸੂ ਨਾਲ ਸਭ ਤਰ੍ਹਾਂ ਦਾ ਦਇਆ ਕਰਨੀ ਕਿਰਪਾ ਕਰਨੀ ਹਰ ਬਿਮਾਰ ਤੋਂ ਬਚਾ ਕਰਨਾ ਯਿਸੂ ਥੈਂਕ ਯੂ ਜੀ ਪਵਿੱਤਰ ਆਤਮਾ ਰਹੀ ਗਵਾਹੀ ਕਰਨੀ ਬੋਲਣ ਸਮੇਂ ਉਹਨਾਂ ਨੂੰ ਚੰਗੇ ਵਚਨ ਬੋਲਣ ਦੇਣੇ ਪਰ ਯਿਸੂ ਥੈਂਕ ਯੂ ਜੀ ਜੋ ਵੀ ਵਚਨ ਸੁਣੇ ਵਿਸ਼ਵਾਸ ਕਰੇ ਕਿਉਂਕਿ ਤੁਸੀਂ ਪ੍ਰਭੂ ਤੁਸੀਂ ਪਰਮੇਸ਼ਰ ਹੋ ਯਿਸੂ ਥੈਂਕ ਯੂ ਜੀ ਤੁਸੀਂ ਸਾਡੇ ਸਵਰਗੀ ਡਾਕਟਰ ਹੋ ਯਿਸੂ ਥੈਂਕ ਯੂ ਜੀ ਆਪਦੇ ਇੱਕ ਵਚਨ ਦੇ ਨਾਲ ਆਪਦੇ ਪਿਤਾ ਨਾਲ ਛੂ ਕੇ ਯਿਸੂ ਤੁਸੀਂ ਹਰ ਬਿਮਾਰ ਨੂੰ ਤੰਦਰੁਸਤੀ ਚੰਗਾਈ ਬਖਸ਼ੇ ਹੋ ਯਿਸੂ ਥੈਂਕ ਯੂ ਜੀ ਹਾਲੇਲੂਇਆ ਯਿਸੂ ਨਾਜ਼ੀ ਤੇਰਾ ਨਾਮ ਪਵਿੱਤਰ ਸ਼ੁੱਧ ਹੈ ਤੇਰੇ ਨਾਮ ਦੀ ਮਹਿਮਾ ਤੇਰੇ ਨਾਮ ਦੀ ਵਡਿਆਈ ਕਰਦੇ ਯਿਸੂ ਅਸੀਂ ਸਕੂਲ ਦੇ ਛੋਟੇ ਬੱਚਿਆਂ ਲਈ ਦੁਆ ਕਰਦੇ ਹਾਂ ਯਿਸੂ ਨਾਲ ਸਕੂਲ ਦੇ ਛੋਟੇ ਬੱਚਿਆਂ ਨੂੰ ਹਰ ਬਿਮਾਰ ਤੋਂ ਬਚਾ ਕਰਨਾ ਯਿਸੂ ਨਾਜ਼ੀ ਉਹਨਾਂ ਦੀ ਪੜ੍ਹਾਈ ਲਿਖਾਈ 'ਚ ਮਦਦ ਕਰਨੀ ਉਹਨਾਂ ਦੂਤਾਂ ਰਾਹੀਂ ਉਹਨਾਂ ਦੀ ਰਖਵਾਲੀ ਕਰਨੀ ਉਹਨਾਂ ਦੀ ਮਦਦ ਕਰਨੀ ਹਰ ਬਿਮਾਰ ਤੋਂ ਬਚਾ ਕਰਨਾ ਹਰ ਸ਼ੈਤਾਨੀ ਤਾਕਤਾਂ ਤੋਂ ਉਹਨਾਂ ਬਚਾ ਕਰਨਾ ਯਿਸੂ ਥੈਂਕ ਯੂ ਜੀ ਜੇ ਸਾਡੇ ਨੌਜਵਾਨ ਬੱਚੇ ਡਰੱਗ ਕਰਦੇ ਨਸ਼ਾ ਕਰਦੇ
ਯਿਸੂ ਜੀ। ਪਲੀਜ਼ ਪ੍ਰਭੂ ਯਿਸੂ ਅਤੇ ਦੁਆਵਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਉਹਨਾਂ ਭੈਣ ਭਰਾਵਾਂ ਦੀ ਮਦਦ ਕਰਾਓ, ਸਹਾਇਤਾ ਕਰਾਓ ਜਿਹੜੇ ਨਸ਼ਾ ਕਰਦੇ ਆ, ਡਰਗ ਕਰਦੇ ਪ੍ਰਭੂ ਯਿਸੂ ਜੀ। ਪਲੀਜ਼ ਯਿਸੂ ਬੁਰੀਆਂ ਆਦਤਾਂ ਤੋਂ ਬਚਾ ਕੇ ਰੱਖੋ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ ਹਾਲੇਲੂਇਆ ਯਿਸੂ ਨਾਜ਼ੀ। ਤੁਸੀਂ ਆ ਕੇ ਜਾਗਦੇ ਰਹੋ, ਸੁਚੇਤ ਰਹੋ ਐ ਪ੍ਰਭੂ ਯਿਸੂ। ਅਸੀਂ ਵਿਸ਼ਵਾਸ ਕਰਦੇ ਹਾਂ ਐ ਪ੍ਰਭੂ ਯਿਸੂ, ਜਿੰਨੇ ਵੀ ਸਾਡੇ ਭੈਣ ਭਰਾ ਤੋਂ ਬਚਨ ਪੜ੍ਹ ਸੁਣ ਰਹੇ ਉਹਨਾਂ ਦੇ ਵਿਸ਼ਵਾਸ ਨੂੰ ਵਧਾਉਣਾ ਪ੍ਰਭੂ ਯਿਸੂ ਨਾਜ਼ੀ। ਸਭ ਤੇਰੇ ਨਾਮ ਕਰ ਦਇਆ ਕਰਨੀ, ਕਿਰਪਾ ਕਰਨੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ ਹਾਲੇਲੂਇਆ ਯਿਸੂ ਨਾਜ਼ੀ। ਤੇਰਾ ਨਾਮ ਪਵਿੱਤਰ ਸ਼ੁੱਧ ਹੈ, ਤੇਰੇ ਨਾਮ ਦੀ ਮਹਿਮਾ ਕਰਦੇ ਹਾਂ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ ਜੀ। स्वर्ग की रोटी हो, जीवन की रोटी हो, संसार की जोत हो प्रभु यीशु जी। थैंक यू प्रभु जी, थैंक यू जीसस, हालेलुया हालेलुया यीशु नाज़ी। रहम करना, दया करनी, कृपा करनी यीशु नाज़ी। जिन्हें भी साडे भैन भरा दुआवां करदे हैं, बेनती करदे हैं, उन्हां सब दी दुआ सुनना, प्रार्थना सुनना प्रभु यीशु जी। थैंक यू प्रभु जी, थैंक यू जीसस, हालेलुया हालेलुया यीशु नाज़ी। तुसीं स्वर्गां चों सब दी दुआ सुनदे हो, साडी दुआ सुनना कबूल करना, आपदे पिता ते शुद्ध नाम ते विश्वास करके मंगदे हैं। आमीन हालेलुया। थैंक यू जीसस, धन्नवाद धन्नवाद यीशु जी। थैंक यू जीसस, हालेलुया धन्यवाद धन्यवाद यीशु जी। थैंक यू जीसस। प्रभु यीशु मसीह सिखाई प्रार्थना ऐ साडे बाप जो तू आसमान ते है, तेरा नाम पाक बने आवे, तेरा राज आवे, तेरी मर्जी जिहड़ी आसमान ते पूरी होंदी है जमीन ते पूरी होवे। साडे रोज़ दी रोटी सानू अज दे, साडे कसूर सानू माफ़ कर जिस तरह असीं अपने कसूर माफ़ करदे हां। सानू अज़मैश विच ना पा, सगों बुराई तो बचा, क्योंकि बादशाह कुदरत जलाल सदा ते हमेशा आपदे हन। आमीन। थैंक यू जीसस, थैंक यू जीसस, हालेलुया धन्यवाद यीशु। थैंक यू जीसस। मां मरियम ते सारे संतां दे फरिश्तियां नूं असीं सिफारिश करदे हन, जिन्ने भी साडे भैन भरा प्रभु दे वचन सुन रहे हैं, प्लीज़ उन्हें सब लिए दुआ करो, प्रार्थना करो कि प्रभु यीशु उन्हें सब तेरे नाम कर दया करे, कृपा करे। जो भी उन्हें शरीर च दुख तकलीफ बीमारी कमजोरी है, प्रभु यीशु आदि शक्ति ना उन्होंने तंदुरुस्ती चंगाई बख्शे। आमीन हालेलुया। थैंक यू प्रभु जी, थैंक यू जीसस। सलाम मरियम फरीना परी खुदाबंद ते नाल है, तो औरतां विचों ताना ना ताना तेरे पेट दा फल यीशु। ऐ हज़रत मरियम खुदा दी मां, असां गुनाहगारां दुआ कर हुण ते साडी मौत दे वेले। आमीन। बाप बेटा ते रूपा दी बड़ाई होवे, जेहड़ी मुढो संत हमेशा होवेगी। आमीन। ऐ महने तिमें यीशु साडे गुनाह सानू माफ़ कर, नगदी अग तो सानू बचा, सब रूहां नूं सुर्ग वल खिच लै, खास करके उन्हें तेरे रहमत दे बहुत लोड़वंद हन। आमीन। थैंक यू जीसस, थैंक यू जीसस, थैंक यू जीसस। प्रभु यीशु मसीह कृपा दया ते शांति, परमेश्वर का प्यार, पवित्र आत्मा संगत साडे सब भैन भरावां दे नाल होवे। आमीन। गॉड ब्लेस यू ऑल। बा बेटा ते रूपा नाम ते आमीन। इन द नेम ऑफ फादर, सन एंड द होली स्पिरिट। आमीन।